Hello students, in this lecture we discuss government's efforts to improve taxation system and suggestions for improvement taxation system. First we discuss suggestions for improvement. First point is wider scope. ਇੰਡੀਆ ਦਾ ਜਿਹੜਾ ਟੈਕਸੇਸ਼ਨ ਸਿਸਟਮ ਆ ਉਸਦਾ ਜਿਹੜਾ ਸਕੋਪ ਜ਼ਿਆਦਾ ਵਾਈਡਰ ਨਹੀਂ ਹੈਗਾ। ਸਿਰਫ ਇੰਡੀਆ ਦੀ ਜਿਹੜੀ ਜ਼ਿਆਦਾਤਰ ਪਾਪੂਲੇਸ਼ਨ ਆ ਉਸ ਦੇ ਉੱਪਰ ਟੈਕਸ ਦਾ ਬਰਡਨ ਨਹੀਂ ਪੈਂਦਾ। ਇੰਡੀਆ ਦੇ ਸਿਰਫ ਕੁਛ ਹੀ ਜਿਹੜੀ ਪਰਸੈਂਟੇਜ ਪਾਪੂਲੇਸ਼ਨ ਆ ਜਿਹੜੀ ਕਿ ਟੈਕਸ ਪੇ ਕਰਦੀ ਆ। ਇਸ ਲਈ ਇੰਡੀਆ ਦੇ ਵਿੱਚ ਕੀ ਕਰਨਾ ਚਾਹੀਦਾ, ਟੈਕਸ ਬੇਸ ਨੂੰ ਵਾਈਡਰ ਕਰਨਾ ਚਾਹੀਦਾ ਤਾਂ ਕਿ ਜ਼ਿਆਦਾ ਲੋਕ ਟੈਕਸ ਦੇ ਅੰਡਰ ਆਉਣ, ਕਿ ਜ਼ਿਆਦਾ ਲੋਕ ਟੈਕਸ ਪੇ ਕਰ ਸਕਣ। ਨੈਕਸਟ ਇਜ਼ ਮੋਰ ਡਾਇਰੈਕਟ ਟੈਕਸਿਸ। ਕੰਟਰੀਜ਼ ਦੇ ਵਿੱਚ ਜਿਹੜੀ ਡਾਇਰੈਕਟ ਟੈਕਸਿਸ ਨੂੰ ਉਸਨੂੰ ਜ਼ਿਆਦਾ ਇੰਪੋਰਟੈਂਸ ਦੇਣੀ ਚਾਹੀਦੀ ਆ, ਬਿਕੋਜ਼ ਜਿਹੜੇ ਟੈਕਸ ਹੈ ਇਹ ਪ੍ਰੋਗਰੈਸਿਵ ਟੈਕਸਿਸ ਹੁੰਦੇ ਆ। ਇਹਨਾਂ ਦੇ ਸਕੋਪ ਨੂੰ ਜ਼ਿਆਦਾ ਵਾਈਡ ਕਰਨਾ ਚਾਹੀਦਾ। ਨੈਕਸਟ ਇਜ਼ ਰਿਡਕਸ਼ਨ ਇਨ ਟੈਕਸ ਇਵੀਜ਼ਨ। ਰਿਡਕਸ਼ਨ ਇਨ ਟੈਕਸ ਇਵੇਜ਼ਨ ਮੀਨਸ ਕਿ ਜਿਹੜੇ ਇੰਡੀਆ ਦੇ ਵਿੱਚ ਆ ਜਿਹੜੇ ਟੈਕਸ ਦੀ ਚੋਰੀ ਨੂੰ ਆ ਉਸਨੂੰ ਘੱਟ ਕਰਨਾ ਚਾਹੀਦਾ। ਉਸ ਲਈ ਕਿ ਗਵਰਨਮੈਂਟ ਨੂੰ ਨੈਸੈਸਰੀ ਸਟੈਪਸ ਚੱਕਣੇ ਚਾਹੀਦੇ ਆ, ਜੇ ਲਾਈਕ ਕਿ ਜਿਹੜੇ ਲੋਕ ਟੈਕਸ ਦੀ ਚੋਰੀ ਕਰਦੇ ਆ ਉਹਨਾਂ ਨੂੰ ਪਨਿਸ਼ਮੈਂਟ ਦੇਣੀ ਚਾਹੀਦੀ ਆ। ਐਂਡ ਜਿਹੜਾ ਟੈਕਸ ਐਡਮਿਨਿਸਟ੍ਰੇਸ਼ਨ ਆ ਉਹ ਵੀ ਜ਼ਿਆਦਾ ਐਫੀਸ਼ੀਐਂਟ ਅਤੇ ਓਨੈਸਟ ਹੋਣਾ ਚਾਹੀਦਾ ਹੈ। ਉਸ ਕਾਰਨ ਜਿਹੜੀ ਕੀ ਹੈ ਟੈਕਸ ਇਵੀਜ਼ਨ, ਜੇ ਟੈਕਸ ਦੀ ਚੋਰੀ ਆ ਉਹ ਰਿਡਕਸ਼ਨ ਹੋਣਾ ਸਟਾਰਟ ਹੋ ਜਾਏਗਾ ਉਸ ਦੇ ਵਿੱਚ। ਨੈਕਸਟ ਇਜ਼ ਪ੍ਰੋਗਰੈਸਿਵ। ਮੋਸਟ ਆਫ ਦੀ ਟੈਕਸਿਸ ਇਨ ਇੰਡੀਆ ਰਿਗਰੈਸਿਵ। ਇੰਡੀਆ ਦੇ ਵਿੱਚ ਜਿਹੜੇ ਜ਼ਿਆਦਾਤਰ ਟੈਕਸਿਸ ਆ ਉਹ ਰਿਗਰੈਸਿਵ ਆ। ਉਹਨਾਂ ਦਾ ਜ਼ਿਆਦਾ ਬਰਡਨ ਪੂਅਰ ਪਰਸਨ ਦੇ ਉੱਪਰ ਜ਼ਿਆਦਾ ਪੈਂਦਾ ਐਂਡ ਰਿਚ ਪਰਸਨ 'ਤੇ ਘੱਟ ਪੈਂਦਾ। ਇਸ ਕਾਰਨ ਜਿਹੜੀ ਇੰਡੀਅਨ ਜਿਹੜੀ ਟੈਕਸੇਸ਼ਨ ਸਿਸਟਮ ਹੈ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਹ ਪ੍ਰੋਗਰੈਸਿਵ ਟੈਕਸ ਹੋਣਾ ਚਾਹੀਦਾ। ਉਸ ਨਾਲ ਕੀ ਹੋਏਗਾ ਕਿ ਜਿਹੜੇ ਰਿਚ ਪਰਸਨ ਆ ਉਹਨਾਂ ਦੇ ਉੱਪਰ ਟੈਕਸ ਦਾ ਬਰਡਨ ਜ਼ਿਆਦਾ ਪਏਗਾ ਐਂਡ ਜਿਹੜੇ ਪੂਅਰ ਪਰਸਨ ਆ ਉਹਨਾਂ ਦੇ ਉੱਪਰ ਟੈਕਸ ਦਾ ਬਰਡਨ ਘੱਟ ਪਏਗਾ। ਇਸ ਲਈ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ, ਲਾਈਕ ਜਿਹੜੀ ਨੈਸੈਸਰੀ ਗੁੱਡਸ ਆ ਉਹਨਾਂ ਦੇ ਉੱਪਰ ਟੈਕਸ ਰੇਟ ਨੂੰ ਘੱਟ ਕਰਨਾ ਚਾਹੀਦਾ ਐਂਡ ਜਿਹੜੀ ਲਗਜ਼ਰੀ ਗੁੱਡਸ ਆ ਉਹਨਾਂ ਦੇ ਉੱਪਰ ਜਿਹੜੀ ਟੈਕਸ ਰੇਟ ਆ ਹਾਈ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਹੜਾ ਨੈਗੇਟਿਵ ਗੁੱਡਸ ਆ ਲਾਈਕ ਸਿਗਰਟ ਹੋ ਗਿਆ, ਅਲਕੋਹਲ, ਉਹਨਾਂ ਦੇ ਉੱਪਰ ਜਿਹੜੀ ਟੈਕਸ ਰੇਟ ਉਸਨੂੰ ਹਾਈ ਰੱਖਣਾ ਚਾਹੀਦਾ ਹੈ। ਟੈਕਸ ਔਨ ਐਗਰੀਕਲਚਰ ਇਨਕਮ। In recent years, there has been a considerable increase in income from agriculture of big farmers and rich farmers. ਜਿਹੜੇ ਵੱਡੇ ਫਾਰਮਰਸ ਆ ਉਹਨਾਂ 'ਤੇ ਜਿਹੜੀ ਐਗਰੀਕਲਚਰ ਤੋਂ ਇਨਕਮ ਹੋ ਰਹੀ ਆ ਉਹ ਰੀਸੈਂਟ ਈਅਰ ਵਿੱਚ ਜਿਹੜੀ ਇਨਕਰੀਜ਼ ਕਰਦੀ ਜਾ ਰਹੀ ਹੈ। ਇਸ ਲਈ ਜਿਹੜਾ ਐਗਰੀਕਲਚਰ ਦੀ ਇਨਕਮ ਉੱਤੇ ਟੈਕਸ ਲਾਉਣਾ ਚਾਹੀਦਾ ਆ ਉਹ ਵੀ ਪ੍ਰੋਗਰੈਸਿਵ ਰੇਟ ਦੇ ਅਕੋਰਡਿੰਗ ਲਗਾਉਣਾ ਚਾਹੀਦਾ, ਕਿ ਦੈਟ ਮੀਨਸ ਕਿ ਜਿਨ੍ਹਾਂ ਫਾਰਮਰਸ ਦੀ ਇਨਕਮ ਜ਼ਿਆਦਾ ਐਗਰੀਕਲਚਰ ਇਨਕਮ ਉਹਨਾਂ 'ਤੇ ਟੈਕਸ ਰੇਟ ਜ਼ਿਆਦਾ ਐਂਡ ਜਿਨ੍ਹਾਂ ਦੀ ਘੱਟ ਆ ਉਹਨਾਂ ਦੇ ਉੱਪਰ ਟੈਕਸ ਰੇਟ ਘੱਟ। ਨੈਕਸਟ ਇਜ਼ ਇਨਸੈਂਟਿਵਸ ਟੂ ਪ੍ਰਾਈਵੇਟ ਸੈਕਟਰ। ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀ ਇਨਵੈਸਟਮੈਂਟ ਨੂੰ ਇਨਕਰੀਜ਼ ਕਰਨ ਦੇ ਲਈ ਗਵਰਨਮੈਂਟ ਨੂੰ ਇਨਸੈਂਟਿਵਸ ਦੇਣੇ ਚਾਹੀਦੇ ਆ। ਇਨਸੈਂਟਿਵਸ ਲਾਈਕ ਸਬਸਿਡੀਜ਼ ਦੇ ਉੱਪਰ ਡਿਸਕਾਊਂਟਸ ਹੋ ਗਿਆ, ਟੈਕਸ ਰੇਟ ਦੇ ਉੱਪਰ ਡਿਸਕਾਊਂਟ ਹੋ ਗਿਆ। ਇਸ ਨਾਲ ਕੀ ਹੋਏਗਾ ਕਿ ਪ੍ਰਾਈਵੇਟ ਸੈਕਟਰ ਜ਼ਿਆਦਾ ਇਨਵੈਸਟਮੈਂਟ ਕਰਦਾ। ਜਦੋਂ ਇਨਵੈਸਟਮੈਂਟ ਜ਼ਿਆਦਾ ਹੋਏਗੀ ਤਾਂ ਆਟੋਮੈਟਿਕਲੀ ਕੰਟਰੀ ਦੇ ਵਿੱਚ ਪ੍ਰੋਡਕਸ਼ਨ ਜ਼ਿਆਦਾ ਹੋਏਗਾ। ਉਸ ਨਾਲ ਕੀ ਹੋਏਗੀ, ਇਕਨੋਮਿਕ ਗਰੋਥ ਰੇਟ ਜ਼ਿਆਦਾ ਹੋਏਗੀ। ਇਸ ਲਈ ਗਵਰਨਮੈਂਟ ਨੂੰ ਜਿਹੜੇ ਪ੍ਰਾਈਵੇਟ ਸੈਕਟਰ ਨੂੰ ਇਨਸੈਂਟਿਵਸ ਦੇਣੇ ਚਾਹੀਦੇ ਆ ਫੋਰ ਇਕਨੋਮਿਕ ਡਿਵੈਲਪਮੈਂਟ ਦੇ ਲਈ। ਨੈਕਸਟ ਇਜ਼ ਰਿਫੋਰਮਸ ਇਨ ਦੀ ਯੂਜ਼ ਆਫ ਟੈਕਸ ਰੈਵਨਿਊ in poor country like India, tax proceeds should be spent more and more on social services. ਪੂਅਰ ਕੰਟਰੀ ਲਾਈਕ ਇੰਡੀਆ ਦੇ ਵਿੱਚ ਜਿਹੜੇ ਕਹਿੰਦੇ ਟੈਕਸ ਜ਼ਿਆਦਾ ਤੋਂ ਜ਼ਿਆਦਾ ਕਿਸ ਉੱਪਰ ਸਪੈਂਡਸ ਕਰਨਾ ਚਾਹੀਦਾ, ਸੋਸ਼ਲ ਸਰਵਿਸਿਜ਼ ਉੱਪਰ, ਲਾਈਕ ਐਜੂਕੇਸ਼ਨ, ਹੈਲਥ, ਪ੍ਰੀਵੈਂਸ਼ਨਸ ਆਫ ਡਿਜ਼ੀਜ਼, ਸੋਸ਼ਲ ਇੰਸ਼ੋਰੈਂਸ ਐਕਸੈਕਟਰਾ, ਐਜ਼ ਅਗੇਂਸਟ ਡਿਫੈਂਸ, ਪੁਲਿਸ ਐਂਡ ਸਿਵਲ ਐਡਮਿਨਿਸਟ੍ਰੇਸ਼ਨ। ਦੈਟ ਮੀਨਸ ਕਿ ਇੰਡੀਆ ਦੇ ਵਿੱਚ ਜਿਹੜਾ ਟੈਕਸ ਤੋਂ ਜਿਹੜੀ ਰੈਵਨਿਊ ਹੁੰਦੀ ਉਸਨੂੰ ਕਿਸ 'ਤੇ ਜ਼ਿਆਦਾ ਸਪੈਂਡ ਕਰਨਾ ਚਾਹੀਦਾ, ਸੋਸ਼ਲ ਸਰਵਿਸਿਜ਼ 'ਤੇ, ਡਿਫੈਂਸ ਐਂਡ ਪੁਲਿਸ ਐਂਡ ਸਿਵਲ ਐਡਮਿਨਿਸਟ੍ਰੇਸ਼ਨ 'ਤੇ ਕਰਨਾ ਚਾਹੀਦਾ, ਬਟ ਸੋਸ਼ਲ ਸਰਵਿਸਿਜ਼ ਦੇ ਉੱਪਰ ਜ਼ਿਆਦਾ ਕਰਨਾ ਚਾਹੀਦਾ ਪੂਅਰ ਕੰਟਰੀ ਦੇ ਵਿੱਚ, ਤਾਂ ਕਿ ਲੋਕਾਂ ਦਾ ਜਿਹੜਾ ਸੋਸ਼ਲ ਸਟੈਂਡਰਡ ਆਫ ਲਿਵਿੰਗ ਉਹ ਹਾਈ ਹੋ ਸਕੇ। ਨੈਕਸਟ ਇਜ਼ ਫਲੈਕਸੀਬਿਲਿਟੀ। ਜਿਹੜਾ ਇੰਡੀਅਨ ਟੈਕਸੇਸ਼ਨ ਸਿਸਟਮ ਆ ਉਹ ਫਲੈਕਸੀਬਿਲਿਟੀ ਹੋਣਾ ਚਾਹੀਦਾ। ਫਲੈਕਸੀਬਲ ਮਤਲਬ ਕੀ ਆ ਕਿ ਜਦੋਂ ਟੈਕਸ ਰੇਟ ਵਿੱਚ ਇਸ ਤਰ੍ਹਾਂ ਇਨਕਰੀਜ਼ ਆਉਣਾ ਚਾਹੀਦਾ ਕਿ ਆਟੋਮੈਟਿਕਲੀ ਕਿ ਜਦੋਂ ਕੰਟਰੀ ਦੇ ਵਿੱਚ ਆਊਟਪੁੱਟ ਅਤੇ ਨੈਸ਼ਨਲ ਇਨਕਮ ਇਨਕਰੀਜ਼ ਕਰੇ ਅਤੇ ਜਿਹੜਾ ਟੈਕਸ ਰੇਟ ਆ ਉਹ ਵੀ ਆਟੋਮੈਟਿਕਲੀ ਇਨਕਰੀਜ਼ ਕਰ ਦੇਵੇ। ਦੈਟ ਮੀਨਸ ਕਿ ਜਿਹੜਾ ਇੰਡੀਅਨ ਟੈਕਸੇਸ਼ਨ ਸਿਸਟਮ ਆ ਉਹ ਕੀ ਹੋਣਾ ਚਾਹੀਦਾ, ਫਲੈਕਸੀਬਿਲਿਟੀ ਵਾਲਾ ਹੋਣਾ ਚਾਹੀਦਾ। ਨੈਕਸਟ ਇਜ਼ ਰੈਸ਼ਨਲਾਈਜੇਸ਼ਨ ਆਫ ਟੈਕਸੇਸ਼ਨ ਸਿਸਟਮ। ਟੈਕਸੇਸ਼ਨ ਸਿਸਟਮ should be rationalized. It must have the following objects. First is
टैक्स शुड बी ब्रॉड बेस्ड, मतलब कि जो टैक्स आ ब्रॉड बेस के उपर लगाना चाहिए कि ज़्यादा लोग टैक्स के अंडर आने चाहिए आ। रेट ऑफ टैक्स नूं घट रखना चाहिए एंड वो प्रोग्रेसिव बेस पर लगाना चाहिए। टैक्स शुड इनकरेज सेविंग एंड इन्वेस्टमेंट, टैक्स इस तरह लगाना चाहिए कि जिस नाल कि सेविंग एंड इन्वेस्टमेंट नूं इनकरेजमेंट मिल सके। रेट ऑफ इनडायरैक्ट टैक्सेस शुड कन्फर्म टू द नेचर ऑफ कमोडिटी की नेचर के अकॉर्डिंग रेट ऑफ इंडायरैक्ट टैक्स का इनडायरैक्ट टैक्स ਨੂੰ ਫਿਕਸ ਕਰਨਾ ਚਾਹੀਦਾ। ਅਗਰ ਜਿਹੜੀਆਂ ਕੋਮੋਡਿਟੀਜ਼ ਆ ਉਹ ਰਿਚ ਪਰਸਨ ਜ਼ਿਆਦਾ ਕੰਜ਼ਿਊਮ ਕਰਦੇ ਉਸ ਦੇ ਉੱਪਰ ਟੈਕਸ ਰੇਟ ਹਾਈ ਰੱਖਣਾ ਚਾਹੀਦਾ, ਲਾਈਕ ਲਗਜ਼ਰੀ ਗੁੱਡਸ ਹੋ ਗਿਆ। ਐਂਡ ਜਿਹੜੀਆਂ ਗੁੱਡਸ ਆ ਪੂਅਰ ਪੀਪਲ ਆ ਉਹ ਜ਼ਿਆਦਾ ਕੰਜ਼ਿਊਮ ਕਰਦੇ ਆ, ਉਹਨਾਂ ਦੇ ਉੱਪਰ ਜਿਹੜੀ ਟੈਕਸ ਰੇਟ ਆ ਉਹ ਲੋ ਹੋਣੀ ਚਾਹੀਦੀ ਆ। ਜਿਹੜਾ ਟੈਕਸੇਸ਼ਨ ਸਿਸਟਮ ਆ ਉਹ ਸ਼ੁੱਡ ਬੀ ਸਿੰਪਲ ਹੋਣਾ ਚਾਹੀਦਾ। ਦੈਟ ਮੀਨਸ ਕਿ ਟੈਕਸੇਸ਼ਨ ਸਿਸਟਮ ਇਸ ਤਰ੍ਹਾਂ ਦਾ ਸਿੰਪਲ ਹੋਣਾ ਚਾਹੀਦਾ ਕਿ ਲੋਕ ਉਸਨੂੰ ਆਸਾਨੀ ਨਾਲ ਅੰਡਰਸਟੈਂਡ ਕਰ ਸਕਣ, ਠੀਕ ਹੈ। ਐਂਡ ਉਸ ਤੋਂ ਇਲਾਵਾ ਜਿਹੜੀ ਸਮੋਲ ਇੰਡਸਟਰੀਜ਼ ਆ ਉਹਨਾਂ ਦੇ ਉੱਪਰ ਜਿਹੜੀ ਟੈਕਸ ਰੇਟ ਹੋਣੀ ਚਾਹੀਦੀ ਉਹ ਵੀ ਘੱਟ ਹੋਣੀ ਚਾਹੀਦੀ ਆ। ਨੈਕਸਟ ਇਜ਼ ਕੁਇਕ ਸੈਟਲਮੈਂਟ ਆਫ ਟੈਕਸ ਡਿਸਪਿਊਟ। In the interest of quick settlement of all tax disputes, maximum time limit should be fixed for settlement of disputes. Disputes ਦੀ settlement ਦੇ ਲਈ ਇੱਕ maximum time limit ਫਿਕਸ ਕਰ ਦੇਣਾ ਚਾਹੀਦਾ, ਜਿਸ ਨਾਲ ਕਿ ਟੈਕਸ ਰੇਟ ਈਜ਼ੀ ਹੋ ਟੈਕਸੇਸ਼ਨ ਸਿਸਟਮ ਵਿੱਚ ਈਜ਼ੀ ਹੋ ਜਾਏਗਾ ਪਰਸਨਸ ਦੇ ਲਈ। ਨੈਕਸਟ ਇਜ਼ ਗਵਰਨਮੈਂਟ ਐਫਰਟਸ ਟੂ ਇੰਪਰੂਵ ਟੈਕਸੇਸ਼ਨ ਸਿਸਟਮ। It is only in the post-independence era that government made efforts to reform their taxation system in India. In this respect, the government has accepted and implemented the recommendation of the following commissions, committees and reports. First is Taxation Inquiry Commission suggestions. ਇਸ ਕਮਿਸ਼ਨ ਦੀ ਜਿਹੜੀ ਅਪੋਇੰਟਮੈਂਟ ਹੋਈ ਸੀ 1953 ਦੇ ਵਿੱਚ ਕੀਤੀ ਗਈ ਸੀ ਅੰਡਰ ਦੀ ਚੇਅਰਮੈਨਸ਼ਿਪ ਆਫ ਡਾਕਟਰ ਜੌਨ ਮੈਥਾਈ। ਇਟ ਸਬਮਿਟਡ ਇਟਸ ਰਿਪੋਰਟ ਇਨ 1954। ਗਵਰਨਮੈਂਟ ਨੂੰ ਇਹਨਾਂ ਨੇ ਆਪਣੀ ਰਿਪੋਰਟ ਸੈਂਡ ਕੀਤੀ ਸੀਗੀ 1954 ਦੇ ਵਿੱਚ। ਅਕੋਰਡਿੰਗ ਟੂ ਦਿਸ ਰਿਪੋਰਟ ਕਿ ਜਿਹੜੇ ਡਾਇਰੈਕਟ ਟੈਕਸਸ ਆ ਉਹਨਾਂ ਨੂੰ ਜ਼ਿਆਦਾ ਇੰਪੋਰਟੈਂਸ ਦੇਣੀ ਚਾਹੀਦੀ ਆ, ਜਿਹੜੀ ਨੈਸੈਸਰੀ ਆਫ ਗੁੱਡਸ ਆ ਉਹਨਾਂ 'ਤੇ ਟੈਕਸ ਰੇਟ ਘੱਟ ਰੱਖਣਾ ਚਾਹੀਦਾ ਆ। ਰੈਵਨਿਊ ਫਰੋਮ ਟੈਕਸ ਸ਼ੁੱਡ ਬੀ ਸਪੈਂਟ ਮੋਰ ਔਨ ਸੋਸ਼ਲ ਸਰਵਿਸਿਜ਼, ਜਿਹੜਾ ਮਤਲਬ ਕਿ ਟੈਕਸ ਉੱਪਰ ਰੈਵਨਿਊ ਹੋਇਆ ਉਹਨਾਂ ਨੂੰ ਸੋਸ਼ਲ ਸਰਵਿਸਿਜ਼ ਉੱਪਰ ਜ਼ਿਆਦਾ ਸਪੈਂਡ ਕਰਨਾ। ਟੈਕਸ ਸ਼ੁੱਡ ਬੀ ਇਨਕਰੀਜ਼ ਟੂ ਫਾਈਨਾਂਸ ਡਿਵੈਲਪਮੈਂਟ ਪਲੈਨਸ। ਉਸ ਤੋਂ ਬਾਅਦ ਜਿਹੜੇ ਗਵਰਨਮੈਂਟ ਨੇ ਡਿਸਾਈਡ ਕੀਤਾ ਕਿ ਉਹ ਕਿ ਇਸ ਕਮੇਟੀ ਦੀ ਜਿਹੜੀ ਰੈਕਮੈਂਡੇਸ਼ਨ ਕੀਤੀ ਹੈ ਉਸ ਨੂੰ ਕਿ ਹੌਲੀ ਹੌਲੀ ਗ੍ਰੈਜੂਅਲੀ ਇੰਪਲੀਮੈਂਟ ਕਰੇਗਾ। ਨੈਕਸਟ ਇਜ਼ ਪ੍ਰੋਫੈਸਰ ਕੈਲਡਰਸ ਰਿਪੋਰਟ। In January 1956, Professor Nicholas Calder of Cambridge University made the following suggestions after making a thorough study of our taxation system. ਅਕੋਰਡਿੰਗ ਟੂ ਕਾਲਡਰ ਰਿਪੋਰਟਸ, ਅਕੋਰਡਿੰਗ ਟੂ ਕਾਲਡਰ ਕਿ ਜਿਹੜਾ ਸਕੋਪ ਆਫ ਟੈਕਸੇਸ਼ਨ ਸਿਸਟਮ ਆ ਉਹ ਵਾਈਡ ਹੋਣਾ ਚਾਹੀਦਾ ਆ। ਐਂਡ ਸੈਕਿੰਡ ਉਸਨੇ ਕੀ ਰੈਕਮੈਂਡ ਕੀਤਾ ਸੀ, ਉਸਨੇ ਨਿਊ ਟੈਕਸ ਇੰਟਰੋਡਿਊਸ ਕੀਤੇ ਸੀ, ਪਰਸਨਲ ਇਨਕਮ ਟੈਕਸ, ਐਨੂਅਲ ਵੈਲਥ ਟੈਕਸ ਐਂਡ ਗਿਫਟ ਟੈਕਸ। ਐਂਡ ਅਕੋਰਡਿੰਗ ਟੂ ਦਿਸ ਰਿਪੋਰਟ ਜਿਹੜੀ ਰੇਟ ਆਫ ਟੈਕਸ ਆ ਉਹ ਸ਼ੁੱਡ ਨੋਟ ਐਕਸੀਡ 45%, 45% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਗਵਰਨਮੈਂਟ ਇਨਕੋਰਪੋਰੇਟਡ ਸਮ ਆਫ ਦੀ ਟੈਕਸਸ ਪ੍ਰਪੋਜ਼ਡ ਬਾਏ Professor Calder in its budget for the year 1957, 58 and 1950 and 59. Next is report of Direct Taxation Committee, Vancho Committee. ਗਵਰਨਮੈਂਟ ਆਫ ਇੰਡੀਆ ਨੇ ਇੱਕ ਡਾਇਰੈਕਟ ਟੈਕਸ ਇਨਕੁਆਇਰੀ ਕਮੇਟੀ ਨੂੰ ਹਾਇਰ ਕੀਤਾ ਅੰਡਰ ਦੀ ਚੇਅਰਮੈਨਸ਼ਿਪ ਆਫ ਡਾਕਟਰ ਵੈਂਚੋ। ਇਸ ਕਮੇਟੀ ਨੇ ਆਪਣੀ ਜਿਹੜੀ ਰਿਪੋਰਟ ਸਬਮਿਟ ਕੀਤੀ ਸੀ 1970 ਦੇ ਵਿੱਚ ਕੀਤੀ ਸੀ। ਇਨ ਇਟਸ ਬਜਟ ਫॉर 1976 ਐਂਡ 77 ਦ ਗਵਰਨਮੈਂਟ ਅਸੈਪਟਡ ਐਂਡ ਇਨਕੋਰਪੋਰੇਟਡ ਦ ਫੋਲੋਇੰਗ ਰੈਕਮੈਂਡੇਸ਼ਨਸ ਮੇਡ ਬਾਏ ਵੈਂਚੋ ਕਮੇਟੀਜ਼। ਫਸਟ ਇਜ਼ ਰਿਡਕਸ਼ਨ ਇਨ ਟੈਕਸ ਰੇਟਸ। ਫਸਟ ਪੁਆਇੰਟ ਇਜ਼ ਰਿਡਕਸ਼ਨ ਇਨ ਟੈਕਸ ਰੇਟਸ। ਵੈਂਚੋ ਕਮੇਟੀ ਅਤੇ ਪ੍ਰੋਫੈਸਰ ਕੈਲਡਰਸ ਦੇ ਰੈਕਮੈਂਡੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਗਵਰਨਮੈਂਟ ਨੇ ਕੀ ਕੀਤਾ, ਇਨਕਮ ਟੈਕਸ ਦੀ ਰੇਟ ਆਫ ਇਨਕਮ ਟੈਕਸ ਨੂੰ ਰਿਡਿਊਸ ਕਰ ਦਿੱਤਾ ਜੋ ਕਿ 97% ਸੀ, ਉਸਨੂੰ ਘਟਾ ਕੇ ਕਿੰਨਾ ਕਰ ਦਿੱਤਾ 77% ਕਰ ਦਿੱਤਾ ਗਿਆ ਫਾਈਨੈਂਸ਼ੀਅਲ ਈਅਰ 1974 ਐਂਡ 75 ਦੇ ਵਿੱਚ। 81 ਐਂਡ 82 ਦੇ ਬਜਟ ਦੇ ਵਿੱਚ ਇਸ ਨੂੰ ਘਟਾ ਕੇ 66% ਕਰ ਦਿੱਤਾ ਗਿਆ। ਇਨ ਦਾ ਈਅਰ 2007 ਐਂਡ 8 ਮੈਕਸੀਮਮ ਟੈਕਸ ਰੇਟ ਵਾਜ਼ 30%। ਦੈਟ ਮੀਨ 2007 ਤੇ 8 ਦੇ ਵਿੱਚ ਜਿਹੜੀ ਟੈਕਸ ਰੇਟ ਕਿੰਨੀ ਘਟਾ ਕੇ ਕਰ ਦਿੱਤੀ ਗਈ 30% ਕਰ ਦਿੱਤੀ। ਇਟ ਅਪਲਾਈਜ਼ ਟੂ ਇਨਕਮ ਐਕਸੀਡਿੰਗ ₹2.5 ਲੱਖ। ਨੈਕਸਟ ਇਜ਼ ਪਰਮਾਨੈਂਟ ਅਕਾਊਂਟ ਨੰਬਰ।
ਗਵਰਨਮੈਂਟ ਨੇ ਕੀ ਕੀਤਾ, ਜਿਹੜੇ ਲੋਕ ਟੈਕਸ ਪੇ ਕਰਦੇ ਸੀ ਉਹਨਾਂ ਨੂੰ ਇੱਕ ਪਰਮਾਨੈਂਟ ਅਕਾਊਂਟ ਨੰਬਰ ਅਲੋਟ ਕਰ ਦਿੱਤਾ ਗਿਆ, ਠੀਕ ਹੈ। ਇਹ ਨੰਬਰ ਜਿਹੜਾ ਯੂਜ਼ ਕੀਤਾ ਜਾਂਦਾ ਸੀ ਜਦੋਂ ਆਪਾਂ ਇਨਕਮ ਟੈਕਸ ਪੇ ਕਰਨ ਦੇ ਲਈ ਯੂਜ਼ ਕਰਦੇ ਹਾਂ, ਉਸਨੂੰ ਬੋਲਦੇ ਹਾਂ ਪਰਮਾਨੈਂਟ ਅਕਾਊਂਟ ਨੰਬਰ। ਇਨਕਮ ਟੈਕਸ ਰਿਟਰਨ ਨੂੰ ਫਿਲ ਕਰਨ ਦੇ ਲਈ ਇਸ ਨੰਬਰ 'ਤੇ ਯੂਜ਼ ਕੀਤਾ ਜਾਂਦਾ। ਨੈਕਸਟ ਇਜ਼ ਟੈਕਸ ਔਨ ਐਗਰੀਕਲਚਰ ਇਨਕਮ। Since 1975 and 76 budget, while determining the rate of income tax ਦੀ ਰੇਟ ਨੂੰ ਡਿਟਰਮਿਨ ਕਰਨ ਦੇ ਟਾਈਮ ਜਿਹੜੀ ਐਗਰੀਕਲਚਰ ਇਨਕਮ ਸੀ ਉਸਨੂੰ ਜਿਹੜਾ ਇਨਕਲੂਡ ਕੀਤਾ ਸੀ ਉਸਨੂੰ ਐਜ਼ ਏ ਨੋਨ ਐਗਰੀਕਲਚਰ ਇਨਕਮ ਦੇ ਰੂਪ ਵਿੱਚ ਕੀਤਾ ਜਾਂਦਾ ਸੀ। ਬਟ ਟਿਲ ਡੇਟ ਐਗਰੀਕਲਚਰ ਇਨਕਮ ਇਜ਼ ਐਗਜ਼ੈਂਪਟਡ ਫਰੋਮ ਇਨਕਮ ਟੈਕਸ। ਨੈਕਸਟ ਇਜ਼ ਵੋਲੰਟਰੀ ਡਿਸਕਲੋਜ਼ਰ ਆਫ ਬਲੈਕ ਮਨੀ। ਜਿਹੜੀ ਵੈਂਸੋ ਕਮੇਟੀ ਸੀਗੀ ਉਹ ਵਲੰਟਰੀ ਡਿਸਕਲੋਜ਼ਰ ਸਕੀਮ ਜਿਹੜੀ ਰਿਗਾਰਡਿੰਗ ਬਲੈਕ ਮਨੀ ਦੇ ਰਿਗਾਰਡਿੰਗ ਸੀਗੀ ਉਸ ਦੇ ਫੇਵਰ ਵਿੱਚ ਨਹੀਂ ਸੀ। ਫਿਰ ਵੀ ਦ ਗਵਰਨਮੈਂਟ ਪ੍ਰੋਵਾਈਡਡ ਦਿਸ ਫੈਸਿਲਿਟੀ ਐਂਡ ਸਕਸੀਡ ਇਨ ਅਨਅਰਥਿੰਗ ਬਲੈਕ ਮਨੀ ਟੂ ਸਮ ਐਕਸਟੈਂਟ। ਨੈਕਸਟ ਇਜ਼ ਇਨਡਾਇਰੈਕਟ ਟੈਕਸੇਸ਼ਨ ਇਨਕੁਆਇਰੀ ਕਮੇਟੀ ਐਂਡ ਝਾਅ ਕਮੇਟੀ। Government of India has appointed in July 1977 a committee under the chairmanship of L.K. Jha on improvement in indirect tax। indirect taxes ਵਿੱਚ improve ਕਰਨ ਦੇ ਲਈ ਗਵਰਨਮੈਂਟ ਨੇ ਇੱਕ ਕਮੇਟੀ ਅਪੋਇੰਟ ਕੀਤੀ 1977 ਦੇ ਵਿੱਚ L.K. Jha ਚੇਅਰਮੈਨਸ਼ਿਪ ਆਫ L.K. Jha ਦੇ ਅੰਡਰ। ਇਸ ਕਮੇਟੀ ਦੇ ਮੇਜਰ ਰੈਕਮੈਂਡੇਸ਼ਨ ਕੀ ਸੀਗੇ? ਫਸਟ ਇਹ ਸੀ ਕਿ ਜਿਹੜਾ ਟੈਕਸੇਸ਼ਨ ਸਿਸਟਮ ਉਹ ਫਲੈਕਸੀਬਲ ਹੋਣਾ ਚਾਹੀਦਾ ਆ ਐਂਡ ਜਿਹੜਾ ਮੇਕ ਦ ਇੰਸੀਡੈਂਸ ਆਫ ਟੈਕਸੇਸ਼ਨ ਮੋਰ ਪ੍ਰੋਗਰੈਸਿਵ। ਜਿਹੜਾ ਟੈਕਸੇਸ਼ਨ ਸਿਸਟਮ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰੋਗਰੈਸਿਵ ਬੇਸ 'ਤੇ ਹੋਣਾ ਚਾਹੀਦਾ ਹੈ। ਰੈਂਡਰ ਟੈਕਸੇਸ਼ਨ ਸਿਸਟਮ ਟੂ fall in line with the aims of national policy। the main recommendation of this committee was to adopt value added tax। ਇਸ ਜਿਹੜੀ ਕਮੇਟੀ ਦਾ ਮੇਨ ਰੈਕਮੈਂਡੇਸ਼ਨ ਕੀ ਸੀ ਕਿ ਵੈਲਿਊ ਐਡਡ ਟੈਕਸ ਵੈਟ ਨੂੰ ਅਡੋਪਟ ਕਰਨਾ। ਐਕਸਾਈਜ਼ ਡਿਊਟੀ ਸ਼ੁੱਡ ਬੀ ਰੇਜ਼ਡ ਔਨ ਆਲ ਗੁੱਡਸ ਇਨ ਏ ਯੂਨੀਫਾਰਮ ਮੈਨਰ ਸੋ ਦੈਟ ਇਟਸ ਇੰਸੀਡੈਂਟ ਫਾਲ ਔਨ ਲਾਰਜ ਨੰਬਰ ਆਫ ਪੀਪਲ। ਕਿ ਐਕਸਾਈਜ਼ ਡਿਊਟੀ ਨੂੰ ਇਸ ਤਰ੍ਹਾਂ ਸਾਰੇ ਗੁੱਡਸ 'ਤੇ ਯੂਨੀਫਾਰਮ ਮੈਨਰ ਵਿੱਚ ਅਪਲਾਈ ਕਰਨਾ ਕਿ ਜਿਸ ਦਾ ਜ਼ਿਆਦਾਤਰ ਬਰਡਨ ਲਾਰਜ ਨੰਬਰ ਆਫ ਪੀਪਲ 'ਤੇ ਪਵੇ, ਮਤਲਬ ਕਿ ਜ਼ਿਆਦਾਤਰ ਲੋਕਾਂ ਦਾ ਬਰਡਨ ਉਸ ਦੇ ਉੱਪਰ ਪਵੇ। Rate of taxation on goods consumed by the poor should be low and goods consumed by rich should be high। ਕਿ ਜਿਹੜੀਆਂ ਗੁੱਡਸ ਪਿਓਰ ਪੀਪਲ ਕੰਜ਼ਿਊਮ ਕਰਦੇ ਉਹਨਾਂ ਦੇ ਉੱਪਰ ਰੇਟ ਆਫ ਟੈਕਸ ਨੂੰ ਘੱਟ ਕਰਨਾ ਐਂਡ ਲਗਜ਼ਰੀ ਗੁੱਡਸ ਦੇ ਉੱਪਰ ਰੇਟ ਆਫ ਟੈਕਸ ਨੂੰ ਹਾਈ ਰੱਖਣਾ। ਇੰਪੋਰਟਸ ਡਿਊਟੀ ਸ਼ੁੱਡ ਬੀ ਰਿਡਿਊਸ, ਇੰਪੋਰਟ ਡਿਊਟੀ ਨੂੰ ਘੱਟ ਕਰਨਾ ਐਂਡ ਆਕਟਰੋਇਡ ਡਿਊਟੀ ਸ਼ੁੱਡ ਬੀ ਅਬੋਲਿਸ਼ਡ। ਨੈਕਸਟ ਇਜ਼ ਰਾਜਾ ਜਾਂ ਸ਼ੈਲਜਾ ਕਮੇਟੀ। ਰਾਜਾ ਜਾਂ ਸ਼ੈਲਿਆ ਕਮੇਟੀ ਰਾਜਾ ਜਾਂ ਸ਼ੈਲਿਆ ਕਮੇਟੀ ਨੂੰ 29 ਅਗਸਤ 1991 ਦੇ ਵਿੱਚ ਅਪੋਇੰਟ ਕੀਤਾ ਗਿਆ ਸੀ। ਇਸ ਕਮੇਟੀ ਨੇ ਆਪਣੀ ਜਿਹੜੀ ਰਿਪੋਰਟ ਸਬਮਿਟ ਕੀਤੀ ਸੀ ਗਵਰਨਮੈਂਟ ਨੂੰ 1992 ਫੈਬਰਰੀ ਦੇ ਵਿੱਚ ਕੀਤੀ ਸੀ। ਦ ਫੋਲੋਇੰਗ ਆਰ ਇਟਸ ਮੇਨ ਰੈਕਮੈਂਡੇਸ਼ਨ। First, the tax system and its burden must be acceptable to the taxpayer and second is ਜਿਹੜਾ rate of income tax ਆ ਉਸ should not exceed 40%। 40% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਟੋਟਲ ਇਨਕਮ ਟੈਕਸ ਦੀ ਜਿਹੜੀ ਰੇਟ ਆ ਐਂਡ ਜਿਹੜਾ ਟੈਕਸ ਸਿਸਟਮ ਆ ਉਹ should be simple ਹੋਣਾ ਚਾਹੀਦਾ ਆ ਐਂਡ ਜਿਹੜੇ ਮੈਥਡ ਆਫ ਟੈਕਸ ਐਡਮਿਨਿਸਟ੍ਰੇਸ਼ਨ ਆ should be improved। wealth tax on productive assets ਲਾਈਕ ਸ਼ੇਅਰ ਸਿਕਿਉਰਿਟੀਜ਼ ਐਕਸੈਕਟਰਾ ਸ਼ੁੱਡ ਬੀ ਅਬੋਲਿਸ਼ਡ। ਉਹਨਾਂ ਦੇ ਉੱਪਰ ਖ਼ਤਮ ਕਰਨਾ ਚਾਹੀਦਾ ਆ ਐਂਡ ਇਟ ਸ਼ੁੱਡ ਬੀ ਲੈਵਿਡ ਔਨ ਅਨਪ੍ਰੋਡਕਟਿਵ ਐਸੈਟਸ। ਇਹਨਾਂ ਨੂੰ ਅਨਪ੍ਰੋਡਕਟਿਵ ਐਸੈਟਸ ਦੇ ਉੱਪਰ ਲਗਾਉਣਾ ਚਾਹੀਦਾ ਲਾਈਕ ਫਾਰਮ ਹਾਊਸ ਹੋ ਗਏ, ਅਰਬਨ ਲੈਂਡਸ ਐਕਸੈਕਟਰਾ। ਟੈਕਸ ਰੇਟ ਸ਼ੁੱਡ ਬੀ ਰਿਡਿਊਸਡ ਫॉर ਫੋਰਨ ਕੰਪਨੀਜ਼। ਫੋਰਨ ਕੰਪਨੀਜ਼ ਦੇ ਲਈ ਜਿਹੜੀ ਟੈਕਸ ਰੇਟ ਨੂੰ ਉਸਨੂੰ ਘੱਟ ਕਰਨਾ ਚਾਹੀਦਾ ਆ। ਜਿਹੜੀਆਂ ਨਿਊ ਇੰਡਸਟਰੀਜ਼ ਆ ਇਸਟੈਬਲਿਸ਼ ਕਰਦੇ ਆ ਲੋਕੀ ਜਿਹੜੇ ਪਰਸਨ ਆ ਇੰਡਸਟਰੀਅਲਿਸਟ ਆ ਬੈਕਵਰਡ ਸਟੇਟਸ ਦੇ ਵਿੱਚ ਡਿਸਟ੍ਰਿਕਟਸ ਦੇ ਵਿੱਚ ਉਹਨਾਂ ਨੂੰ ਜਿਹੜੀ ਟੈਕਸ ਰੇਟ ਆ ਘੱਟ ਰੱਖਣਾ ਚਾਹੀਦਾ ਉਹਨਾਂ ਦੇ ਲਈ। ਗਵਰਨਮੈਂਟ ਆਫ ਇੰਡੀਆ ਹੈਜ਼ ਇਨਕੋਰਪੋਰੇਟਡ ਇਨ ਇਟਸ ਡਿਫਰੈਂਟ ਬਜਟਸ ਮੈਨੀ ਰੈਕਮੈਂਡੇਸ਼ਨ ਆਫ ਦਿਸ ਕਮੇਟੀ। ਗਵਰਨਮੈਂਟ ਨੇ ਆਪਣੇ ਡਿਫਰੈਂਟ ਬਜਟਸ ਦੇ ਵਿੱਚ ਇਸ ਕਮੇਟੀ ਦੁਆਰਾ ਜਿਹੜੇ ਰੈਕਮੈਂਡਸ ਦਿੱਤੀਆਂ ਗਈਆਂ ਸੀਗੀਆਂ ਉਸਨੂੰ ਅਪਲਾਈ ਕੀਤਾ ਗਿਆ ਡਿਫਰੈਂਟ ਬਜਟਸ ਦੇ ਵਿੱਚ ਫੋਲੋ ਕੀਤਾ ਗਿਆ। ਨੈਕਸਟ ਇਜ਼ ਡਾਕਟਰ ਵਿਜੇ ਐਲ ਕੈਲਕਰ ਕਮੇਟੀ। The government had set up two task forces under the chairmanship of Dr. Vijay L. Kelkar to recommend measures for simplification and rationalization of direct and indirect taxes। ਗਵਰਨਮੈਂਟ ਨੇ ਡਾਇਰੈਕਟ ਅਤੇ ਇੰਡਾਇਰੈਕਟ ਟੈਕਸਿਸ ਦੇ ਰੈਸ਼ਨਲਾਈਜੇਸ਼ਨ ਅਤੇ ਸਿੰਪਲੀਫਿਕੇਸ਼ਨ ਦੇ ਲਈ ਇੱਕ ਕਮੇਟੀ ਨੂੰ ਹਾਇਰ ਕੀਤਾ ਅੰਡਰ ਦਾ ਚੇਅਰਮੈਨਸ਼ਿਪ ਆਫ ਡਾਕਟਰ ਵਿਜੇ ਐਲ ਕੇਲਕਰ।
ਡਾਕਟਰ ਐਲ ਕੈਲਕਰ ਦੇ ਜਿਹੜੀ ਕਮੇਟੀ ਸੀ ਉਸਨੇ ਆਪਣੀ ਜਿਹੜੀ ਫਾਈਨਲ ਰਿਪੋਰਟ ਸੀ ਗਵਰਨਮੈਂਟ ਨੂੰ ਦਸੰਬਰ 2002 ਦੇ ਵਿੱਚ ਸਬਮਿਟ ਕੀਤੀ। ਦ ਮੇਜਰ ਰੈਕਮੈਂਡੇਸ਼ਨ ਆਫ ਦੀ ਕੇਲਕਰ ਰਿਪੋਰਟ ਆਰ ਐਸ ਫੋਲੋ। ਫਸਟ ਇਜ਼ major recommendation on direct tax. First point is suggestions regarding reform in tax administrations. There should be expansion of taxpayer services both qualitatively and quantitatively. Qualitatively and ਅਕੋਰਡਿੰਗ ਟੂ ਦਿਸ ਕਮੇਟੀ ਕਿ ਜਿਹੜੀ ਟੈਕਸ ਪੇਅਰ ਸਰਵਿਸਿਜ਼ ਵਿੱਚ ਆ ਉਸ ਦੇ ਵਿੱਚ ਕੁਆਲੀਟੇਟਿਵਲੀ ਐਂਡ ਕੁਆਂਟੀਟੇਟਿਵਲੀ ਉਹਦੇ ਵਿੱਚ ਐਕਸਪੈਂਸ਼ਨ ਕਰਨਾ ਚਾਹੀਦਾ ਫॉर दिस पर्पस सर्विस लाइक ऑनलाइन सबमिशन ऑफ रिटर्न कि रिटर्न की ऑनलाइन सबमिशन पॉसिबल करनी चाहिए। इलैक्ट्रॉनिक टैक्स रिफंड शुड बी प्रोवाइडेड फॉर दी कन्वीनियंस ऑफ टैक्स पेयर। टैक्स पेयर मतलब कि ਜਿਹੜੇ टैक्स पे करने वाले उन्होंने कन्वीनियंस के अकॉर्डिंग इलैक्ट्रॉनिक टैक्स रिफंड एंड सबमिशन ऑफ रिटर्न ਨੂੰ प्रोवाइड करना चाहिए सर्विसिज ਨੂੰ। ਜਿਹੜੇ ऑल टैक्स पेयर ਆ ਉਹਨਾਂ ਨੂੰ ਇੱਕ पैन नंबर प्रोवाइड करना चाहिए दैट इज़ परमानेंट अकाउंट नंबर टू बी गिवन फॉर पेमेंट ऑफ इनकम टैक्स की पेमेंट ਲਈ ਜਿਹੜੇ टैक्स पेयर ਨੂੰ ਇੱਕ पैन नंबर प्रोवाइड करना चाहिए। देयर शुड बी इंक्रीज इन द अकाउंटेबिलिटी ऑफ ऑफिसर्स एंड स्टाफ ऑफ टैक्स डिपार्टमेंट ਦੇ ਸਟਾਫਸ ਤੇ ਆਫਿਸਰਸ ਦੀ ਨੂੰ ਇਨਕਰੀਜ਼ ਕਰਨਾ ਚਾਹੀਦਾ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਸ ਸ਼ੁੱਡ ਬੀ ਐਮਪਾਵਰਡ ਵਿਦ ਮੋਰ ਐਡਮਿਨਿਸਟ੍ਰੇਟਿਵ ਐਂਡ ਫਾਈਨੈਂਸ਼ੀਅਲ ਪਾਵਰਸ। ਨੈਕਸਟ ਇਜ਼ suggestions regarding reform in income tax. For the general taxpayer, exemption limit should be increased to rupees 1 lakh for the women and women ਤੇ senior citizens ਦੇ ਲਈ ਜਿਹੜੀ exemption limit ਸੀ ਉਸਨੂੰ increase ਕਰਕੇ 1,50,000 ਕਰ ਦਿੱਤਾ ਗਿਆ। ਸਰਚਾਰਜ ਔਨ ਪਰਸਨਲ ਇਨਕਮ ਟੈਕਸ ਨੂੰ ਖਤਮ ਕਰ ਦਿੱਤਾ ਗਿਆ, abolish ਕਰ ਦਿੱਤਾ ਗਿਆ। there should be only 2 rate of personal income tax ਦੇ ਸਿਰਫ 2 ਰੇਟਸ ਹੀ ਰੱਖੇ ਗਏ। for income up to rupees 4 lakh the rate of personal income tax should be 20% ਹੋਣਾ ਚਾਹੀਦਾ and for income exceeding rupees 4 lakh the rate should be 30%। अगर 4 लाख तो इनकम ज़्यादा होगी तो उस पर टैक्स रेट कितना होगा 30%। The states should authorize the central government to impose income tax on agriculture income। ਜਿਹੜੀ ਐਗਰੀਕਲਚਰ ਦੀ ਇਨਕਮ ਉੱਤੇ ਉਹ ਸਟੇਟ ਕੀ ਆ ਇਨਕਮ ਟੈਕਸ ਲਗਾ ਸਕਦੀ ਹੈ। ਜਿਹੜੀ ਉਸ ਤੋਂ ਜਿਹੜੀ ਰੈਵਨਿਊ ਮਿਲਦੀ ਹੈ ਐਗਰੀਕਲਚਰ ਇਨਕਮ ਟੈਕਸ ਤੋਂ ਉਹ ਕੀ ਆ ਸਟੇਟਸ ਦੇ ਵਿੱਚ ਡਿਸਟਰੀਬਿਊਟ ਕੀਤੀ ਜਾਂਦੀ ਹੈ। ਦ ਰੀਜ਼ਨ ਬੀਇੰਗ ਦੈਟ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟਸ। ਨੈਕਸਟ ਇਜ਼ suggestions regarding reform in corporation tax। ਜਿਹੜੀਆਂ ਡੋਮੈਸਟਿਕ ਕੰਪਨੀ ਸੀ ਉਹਨਾਂ ਦੇ ਉੱਪਰ ਜਿਹੜੀ ਟੈਕਸ ਰੇਟ ਨੂੰ ਰਿਡਿਊਸ ਕਰਕੇ 30% ਕਰ ਦਿੱਤਾ ਗਿਆ ਐਂਡ ਜਿਹੜੇ ਫੋਰਨ ਕੰਪਨੀ ਸੀ ਉਹਨਾਂ ਦੇ ਉੱਪਰ ਜਿਹੜਾ ਟੈਕਸ ਰੇਟ ਸੀ ਉਹ 35% ਕਰ ਦਿੱਤਾ ਗਿਆ ਐਂਡ ਇਨਕਮ ਆਫ ਮਿਊਚੁਅਲ ਫੰਡਸ ਡਰਾਈਵ ਫਰੋਮ ਸ਼ੋਰਟ ਟਰਮ ਕੈਪੀਟਲ ਗੇਨਸ ਐਂਡ ਇੰਟਰਸਟ ਸ਼ੁੱਡ ਬੀ ਟੈਕਸਡ ਐਟ lower rates। next is main recommendations on indirect taxes. First point is suggestions regarding reform in tax administration. The system of custom clearance should be based on trust। ਕਸਟਮ ਕਲੀਅਰੈਂਸ ਦਾ ਜਿਹੜਾ ਸਿਸਟਮ ਆ ਉਹ ਟਰਸਟ ਦੇ ਉੱਪਰ ਬੇਸਡ ਹੋਣਾ ਚਾਹੀਦਾ। ਦ ਰੂਲ ਸ਼ੁੱਡ ਬੀ ਅਪਲਾਈਡ ਯੂਨੀਫਾਰਮਲੀ ਔਨ ਆਲ ਇੰਪੋਰਟੈਂਟਸ ਐਂਡ ਐਕਸਪੋਰਟਰਸ। ਜਿਹੜੇ ਵੀ ਇੰਪੋਰਟਰਸ ਐਂਡ ਐਕਸਪੋਰਟਰਸ ਆ ਉਹਨਾਂ ਦੇ ਉੱਪਰ ਜਿਹੜੇ ਰੂਲਸ ਐਪਲੀਕੇਬਲ ਹੋਣੇ ਚਾਹੀਦੇ ਆ ਸੇਮ ਹੀ ਹੋਣੇ ਚਾਹੀਦੇ। ਇਹ ਨਹੀਂ ਕਿ ਅਲੱਗ ਹਰ ਇੱਕ ਪਰਸਨ ਐਕਸਪੋਰਟਰਸ ਦੇ ਉੱਪਰ ਅਲੱਗ ਰੂਲਸ ਐਪਲੀਕੇਬਲ ਹੋਣੇ ਚਾਹੀਦੇ ਨੇ ਐਂਡ ਇੰਪੋਰਟੈਂਸ ਦੇ ਉੱਪਰ ਅਲੱਗ। ਦੈਟ ਮੀਨਸ ਕਿ ਰੂਲਸ ਸਭ ਲਈ ਸੇਮ ਹੋਣੇ ਚਾਹੀਦੇ ਆ। ਆਲ ਕਸਟਮਸ ਐਂਡ ਸੈਂਟਰਲ ਐਕਸਾਈਜ਼ ਕਮਿਸ਼ਨ ਆਫਿਸਰਸ ਸ਼ੁੱਡ ਫੁੱਲੀ ਕੰਪਿਊਟਰਾਈਜ਼ ਦੇਅਰ ਵਰਕ। ਜਿਹੜੇ ਕਸਟਮ ਐਂਡ ਸੈਂਟਰਲ ਐਕਸਾਈਜ਼ ਆਫਿਸਰਸ ਆ ਉਹਨਾਂ ਦਾ ਜਿਹੜਾ ਵਰਕ ਆ ਉਹ ਫੁੱਲੀ ਕੰਪਿਊਟਰਾਈਜ਼ਡ ਹੋਣਾ ਚਾਹੀਦਾ ਤਾਂ ਕਿ ਉਹਨਾਂ ਦੇ ਕੰਮ ਵਿੱਚ ਕੋਈ ਵੀ ਚੋਰੀ ਜਾਂ ਕੁਛ ਵੀ ਗਲਤ ਨਾ ਹੋ ਸਕੇ। ਦੈਟ ਮੀਨਸ ਕਿ ਉਹਨਾਂ ਦੇ ਕੰਮ ਵਿੱਚ ਇੱਕ ਟਰਾਂਸਪੇਰੈਂਸੀ ਹੋ ਸਕੇ। ਨੈਕਸਟ ਇਜ਼ ਸੁਜੈਸ਼ਨਸ ਰਿਗਾਰਡਿੰਗ ਰਿਫੋਰਮਸ ਇਨ ਕਸਟਮ ਡਿਊਟੀ। ਦ ਮਲਟੀਪਲ ਆਫ ਕਸਟਮ ਟੈਰਿਫਸ ਸ਼ੁੱਡ ਵੀ ਰਿਡਿਊਸ। ਕਸਟਮ ਜਿਹੜੇ ਮਲਟੀਪਲ ਕਸਟਮ ਟੈਰਿਫਸ ਆ ਉਹਨਾਂ ਨੂੰ ਘੱਟ ਕਰਨਾ ਚਾਹੀਦਾ। ਕਸਟਮ ਡਿਊਟੀਜ਼ ਕੀ ਹੁੰਦੀਆਂ ਜਦੋਂ ਅਸੀਂ ਕੋਈ ਸਾਡੀ ਕੰਟਰੀ ਬਾਹਰਲੀ ਕੰਟਰੀ ਤੋਂ ਗੁੱਡਸ ਮੰਗਾਉਂਦੀ ਆ ਠੀਕ ਆ ਦੈਟ ਮੀਨਸ ਇੰਪੋਰਟਸ ਕਰਦੀ ਜਿਹੜੀ ਆ ਇੰਪੋਰਟਸ ਦੇ ਉੱਪਰ ਜਿਹੜਾ ਟੈਕਸ ਲੱਗਦਾ ਉਸਨੂੰ ਕਸਟਮ ਡਿਊਟੀਜ਼ ਕਿਹਾ ਜਾਂਦਾ ਹੈ। ਦੇਅਰ ਸ਼ੁੱਡ ਬੀ ਜਸਟ 3 ਟਾਈਪਸ ਆਫ ਕਸਟਮ ਡਿਊਟੀ। ਫਸਟ ਇਜ਼ ਬੇਸਿਕ ਕਸਟਮ ਡਿਊਟੀ, additional custom duty and third one is anti dumping duty। ਜਿਹੜੀਆਂ ਐਂਡ ਇਸ ਕਮੇਟੀ ਦੇ ਅਕੋਰਡਿੰਗ ਜਿਹੜੀਆਂ ਅਸੀਂ ਡਰੱਗਸ ਐਂਡ ਇਕਵਿਪਮੈਂਟਸ ਮੰਗਾਉਂਦੇ ਆ
ਐਂਡ ਐਸੈਂਸ਼ੀਅਲ ਇੰਪੋਰਟਸ ਹੁੰਦੇ ਆ ਉਹਨਾਂ ਦੇ ਉੱਪਰ ਕੋਈ ਵੀ ਡਿਊਟੀ ਨਾ, ਲਾਈਕ ਜਿਹੜੇ ਮੈਡੀਸਨਸ ਹੋ ਗਿਆ ਉਹਨਾਂ ਦੇ ਉੱਪਰ ਕੋਈ ਵੀ ਕਸਟਮ ਡਿਊਟੀ ਨਹੀਂ ਲਗਾਉਣੀ ਚਾਹੀਦੀ। A higher rate of duty up to 150% should be imposed on specific agriculture products। specific agriculture product ਦੇ ਉੱਪਰ ਜਿਹੜੀ ਕਸਟਮ ਡਿਊਟੀ ਨੂੰ ਇੰਪੋਜ਼ਡ ਕੀਤਾ ਜਾ ਸਕਦਾ ਆ, that is up to 150% ਤੱਕ। Suggestions regarding reforms in central excise duty and other taxes। Different types of levies should be replaced by only one levy, that is central value added tax। ਜਿਹੜੇ that means government ਅਲੱਗ-ਅਲੱਗ ਤਰ੍ਹਾਂ ਦੇ ਟੈਕਸ ਲਗਾਉਂਦੀ ਆ ਉਸ ਨੂੰ ਇੱਕ ਤਰ੍ਹਾਂ ਦੇ ਟੈਕਸ ਨਾਲ ਰਿਪਲੇਸ ਕਰਨਾ ਚਾਹੀਦਾ, that is ਸਿਰਫ ਸੈਂਟਰ ਵੈਲਿਊ ਐਡਡ ਟੈਕਸ ਹੀ CVT ਲਗਾਉਣਾ ਚਾਹੀਦਾ ਆ। ਐਕਸਾਈਜ਼ ਡਿਊਟੀ ਕੀ ਹੁੰਦੀ ਹੈ ਕਿ ਜਿਹੜੀ ਪ੍ਰੋਡਕਸ਼ਨ ਦੇ ਉੱਪਰ ਲੱਗਦੀ ਹੈ ਉਸਨੂੰ ਐਕਸਾਈਜ਼ ਡਿਊਟੀ ਕਿਹਾ ਜਾਂਦਾ ਹੈ। ਦੇਅਰ ਸ਼ੁੱਡ ਬੀ ਨੋ ਐਕਸਾਈਜ਼ ਡਿਊਟੀ ਔਨ ਲਾਈਫ ਸੇਵਿੰਗ ਡਰੱਗਸ ਲਾਈਕ ਮੈਡੀਸਨਸ ਹੋ ਗਈਆਂ, ਸੇਫਟੀ ਪ੍ਰੋਡਕਟਸ ਹੋ ਗਏ, ਫੂਡ ਆਈਟਮਸ, ਐਗਰੀਕਲਚਰ ਪ੍ਰੋਡਕਟਸ, ਇਹਨਾਂ ਦੇ ਉੱਪਰ ਜਿਹੜਾ ਕਹਿੰਦੇ ਕਿ ਐਕਸਾਈਜ਼ ਡਿਊਟੀ ਨਹੀਂ ਹੋਣੀ ਚਾਹੀਦੀ। ਡਿਊਟੀ ਐਗਜ਼ੰਪਸ਼ਨਸ ਗਿਵਨ ਟੂ ਸਮੋਲ ਸਕੇਲ ਸੈਕਟਰ ਸ਼ੁੱਡ ਬੀ ਅਲਾਉਡ ਟੂ ਸਮੋਲ ਸਕੇਲ ਯੂਨਿਟਸ ਵਿਦ ਮੈਕਸੀਮਮ ਲਿਮਿਟ ਆਫ ਟਰਨ ਓਵਰ ਆਫ ₹50 ਲੱਖ। ਜਿਹੜੀਆਂ ਸਮਾਲ ਸਕੇਲ ਇੰਡਸਟਰੀਜ਼ ਆ ਜਿਨ੍ਹਾਂ ਦੀ ਮਿਨੀਮਮ ਟਰਨ ਓਵਰ ₹50 ਲੱਖ ਤੱਕ ਆ, ਉਹਨਾਂ ਨੂੰ ਜਿਹੜੀ ਐਕਸਾਈਜ਼ ਡਿਊਟੀ ਤੋਂ ਐਗਜ਼ੰਪਸ਼ਨ ਦੇਣੀ ਚਾਹੀਦੀ ਆ। ਦੇਅਰ ਸ਼ੁੱਡ ਬੀ ਯੂਨੀਫੋਰਮਿਟੀ ਇਨ ਆਲ ਸਟੇਟ ਲੈਜਿਸਲੇਸ਼ਨ ਰਿਲੇਟਿੰਗ ਟੂ ਵੇਟ। ਐਂਡ ਲਾਸਟ ਵਨ ਇਜ਼ ਸਰਵਿਸ ਟੈਕਸ ਸ਼ੁੱਡ ਬੀ ਐਕਸਟੈਂਡਡ ਇਨ ਏ ਕੰਪਰੀਹੈਂਸਿਵ ਮੈਨਰ। ਇਸ ਤਰ੍ਹਾਂ ਇੰਡੀਅਨ ਗਵਰਨਮੈਂਟ ਨੇ ਟਾਈਮ ਟੂ ਟਾਈਮ ਟੈਕਸੇਸ਼ਨ ਸਿਸਟਮ ਨੂੰ ਇੰਪਰੂਵ ਕਰਨ ਦੇ ਲਈ ਬਹੁਤ ਸਾਰੀਆਂ ਕਮੇਟੀਜ਼ ਨੂੰ ਹਾਇਰ ਕੀਤਾ ਤਾਂ ਜੋ ਇੰਡੀਅਨ ਟੈਕਸੇਸ਼ਨ ਸਿਸਟਮ ਨੂੰ ਇੰਪਰੂਵ ਕਰ ਸਕਿਆ, ਅਤੇ ਉਹਨਾਂ ਦੀਆਂ ਜਿਹੜੀਆਂ ਰੈਕਮੈਂਡੇਸ਼ਨ ਸੀਆਂ ਸਾਰੀਆਂ ਕਮੇਟੀਜ਼ ਸੀਆਂ ਜੋ ਗਵਰਨਮੈਂਟ ਨੂੰ ਲੱਗਦਾ ਸੀ ਕਿ ਵਧੀਆ ਉਹਨਾਂ ਦੇ ਟੈਕਸੇਸ਼ਨ ਸਿਸਟਮ ਦੇ ਲਈ ਉਸਨੂੰ ਅਡੋਪਟ ਕਰਦੀ ਸੀ ਅਤੇ ਇੰਪਲੀਮੈਂਟ ਕਰਦੀ ਸੀ।